ਹੈਲੋ ਪਿਆਰੇ ਬੱਚਿਓ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਨੈਸ ਅਭਿਆਸ ਸ਼ੀਟ ਨੰਬਰ 19 'ਚ ਤੁਹਾਡਾ ਸਵਾਗਤ ਹੈ। ਆਓ ਇਸ ਨੂੰ ਸ਼ੁਰੂ ਕਰਦੇ ਹਾਂ। ਜਮਾਤ 5ਵੀਂ ਦੀ ਨੈਸ ਅਭਿਆਸ ਲੜੀ ਦੇ ਵਿੱਚ ਪੰਜਾਬੀ ਵਿਸ਼ੇ ਦਾ ਸਭ ਤੋਂ ਪਹਿਲਾ ਪ੍ਰਸ਼ਨ ਆਪਾਂ ਲੈਂਦੇ ਹਾਂ। ਇਸ ਪ੍ਰਸ਼ਨ ਨੂੰ ਲੈਣ ਤੋਂ ਪਹਿਲਾਂ ਪ੍ਰਸ਼ਨ ਦੇ ਵਿੱਚ ਕੀ ਆਇਆ ਹੈ ਉਸ ਨੂੰ ਪੜ੍ਹਾਂਗੇ। ਔਖੇ ਸ਼ਬਦਾਂ ਦੇ ਅਰਥ ਵਾਲਾ ਇੱਕ ਛੋਟਾ ਜਿਹਾ ਚਾਰਟ ਤੁਹਾਨੂੰ ਦਿਖਾਈ ਦੇ ਰਿਹਾ ਹੈ। ਇਹ ਇਸ ਬਾਰੇ ਹੈ, ਇਸ ਬਾਰੇ ਹੀ ਸਾਰੇ ਪ੍ਰਸ਼ਨ ਨੇ, ਉਹ ਆਪਾਂ ਦੇਖਾਂਗੇ। ਸਭ ਤੋਂ ਪਹਿਲਾ ਪ੍ਰਸ਼ਨ ਹੈ, ਦੱਸੀ ਗਈ ਸੂਚੀ ਨੂੰ ਵੇਖ ਕੇ ਪ੍ਰਸ਼ਨਾਂ ਦੇ ਉੱਤਰ ਦਿਓ। ਇਹ ਸੂਚੀ ਤੁਹਾਨੂੰ ਦਿੱਤੀ ਗਈ ਹੈ, ਇਹਨੂੰ ਵੇਖ ਕੇ ਤੁਸੀਂ ਹੁਣ ਪ੍ਰਸ਼ਨਾਂ ਦੇ ਉੱਤਰ ਜਿਹੜੇ ਨੇ ਉਹ ਦੇਣੇ ਨੇ। ਇਸ ਸੂਚੀ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਕਲਪ ਸਹੀ ਨਹੀਂ ਹੈ, ਕਿਹੜੀ ਗੱਲ ਜਿਹੜੀ ਉਹ ਸਹੀ ਨਹੀਂ ਹੈ। ਇਹ ਸ਼ਬਦ ਅਰਥ ਨੇ, ਔਖੇ ਸ਼ਬਦਾਂ ਦੇ ਅਰਥ ਨੇ, ਸਮਾਨਾਰਥਕ ਸ਼ਬਦ ਨੇ ਕਿ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਇਹ ਔਖੇ ਸ਼ਬਦ ਵੀ ਨੇ, ਤੁਸੀਂ ਦੇਖ ਲਿਆ। ਔਖੇ ਸ਼ਬਦਾਂ ਦੇ ਅਰਥ ਵੀ ਨੇ, ਇਹ ਵੀ ਬਿਲਕੁਲ ਸਹੀ ਹੈ। ਸਮਾਨਾਰਥਕ ਸ਼ਬਦ ਨੇ, ਨਹੀਂ, ਕਿਉਂਕਿ ਸਮਾਨਾਰਥਕ ਸ਼ਬਦ ਦਾ ਭਾਵ ਇਹ ਹੁੰਦਾ ਹੈ ਕਿ ਜਿਸ ਤਰ੍ਹਾਂ ਦਾ ਪਹਿਲੋਂ ਸ਼ਬਦ ਬਣਿਆ ਹੈ ਉਸੇ ਤਰ੍ਹਾਂ ਦਾ ਹੀ ਉਹਦੇ ਵਰਗਾ ਇੱਕ ਦੂਸਰਾ ਸ਼ਬਦ ਵੀ ਬਣੇ, ਪਰ ਕਿਉਂਕਿ ਇਹਦਾ ਵਿਸਥਾਰ ਦਿੱਤਾ ਗਿਆ ਹੈ, ਪੂਰੇ ਇੱਕ ਤੋਂ ਵੱਧ ਸ਼ਬਦ ਬਣਾ ਕੇ ਦੱਸਿਆ ਗਿਆ, ਇਸ ਕਰਕੇ ਸਮਾਨਾਰਥਕ ਸ਼ਬਦ ਨਹੀਂ ਹੈ। ਤੀਸਰਾ ਜਿਹੜਾ ਹੈ ਇਹ ਈੜੀ ਜਿਹੜਾ ਹੈ ਇਸ ਦਾ ਉੱਤਰ ਹੋਏਗਾ। ਪ੍ਰਸ਼ਨ ਨੰਬਰ 2, ਉਹ ਕੂੜ ਪ੍ਰਚਾਰ ਕਰਦਾ ਹੈ। ਇਸ ਵਾਕ ਲਈ ਹੇਠਾਂ ਲਿਖਿਆਂ ਵਿੱਚੋਂ ਹੋਰ ਕਿਹੜਾ ਕਥਨ ਸਹੀ ਹੋਵੇਗਾ। ਉਹ ਠੀਕ ਪ੍ਰਚਾਰ ਕਰਦਾ ਹੈ, ਉਹ ਰੋਜ਼ ਪ੍ਰਚਾਰ ਕਰਦਾ ਹੈ, ਉਹ ਗਲਤ ਪ੍ਰਚਾਰ ਕਰਦਾ ਹੈ, ਉਹ ਕੂੜ ਪ੍ਰਚਾਰ ਕਰਦਾ ਹੈ। ਸੋ ਉਹ ਕੂੜ ਪ੍ਰਚਾਰ ਕਰਦਾ ਹੈ ਤਾਂ ਪਹਿਲਾਂ ਹੀ ਹੈ। ਇਹਦਾ ਢੁਕਵਾਂ ਦੂਸਰਾ ਜਿਹੜਾ ਵਾਕ ਹੈ ਉਹ ਬਣੇਗਾ, ਉਹ ਗਲਤ ਪ੍ਰਚਾਰ ਕਰਦਾ ਹੈ। ਪ੍ਰਸ਼ਨ ਨੰਬਰ 3, ਪ੍ਰਸ਼ਨ ਨੰਬਰ 3 ਦੇ ਵਿੱਚ ਪੁੱਛਿਆ ਗਿਆ ਹੈ, ਇਸ ਵਿੱਚ ਕਿੰਨੇ ਸ਼ਬਦਾਂ ਦੇ ਅਰਥ ਦੱਸੇ ਗਏ ਹਨ। ਸੋ ਇਹ ਜਿਹੜੇ ਸ਼ਬਦ ਨੇ ਔਰ ਔਖੇ ਸ਼ਬਦਾਂ ਦੇ ਅਰਥ ਨੇ, ਇਹ ਟੋਟਲ ਕਿੰਨੇ ਨੇ, ਤੁਸੀਂ ਇਹਨਾਂ ਦੀ ਗਿਣਤੀ ਕਰ ਸਕਦੇ ਹੋ। ਗਿਣਤੀ ਕਰਨ ਤੋਂ ਬਾਅਦ ਤੁਸੀਂ ਇੱਥੇ ਉੱਤਰ ਦੇ ਸਕਦੇ ਹੋ ਇਹ ਕਿੰਨੇ ਨੇ। ਇਹਨਾਂ ਦਾ ਉੱਤਰ ਟੋਟਲ 15 ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ। ਚਸ਼ਮਿਆਂ ਵਿੱਚੋਂ ਪਾਣੀ ਡਿੱਗਦਾ ਹੈ, ਖੇਤਾਂ ਵਿੱਚ ਹਲ ਵਾਹੁਣ ਵਾਲੇ ਨੂੰ ਹਾਲੀ ਕਹਿੰਦੇ ਹਨ, ਕੰਮ ਕਰਨ ਵਾਲੇ ਨੂੰ ਕਾਮੇ ਕਹਿੰਦੇ ਹਨ, ਉਪਰੋਕਤ ਸਾਰੇ। ਤਾਂ ਬੇਟਾ ਸਾਰੇ ਹੀ ਕਥਨ ਸਹੀ ਨੇ ਕਿ ਚਸ਼ਮੇ 'ਚ ਪਾਣੀ ਫੁੱਟਦਾ ਹੈ, ਖੇਤਾਂ 'ਚ ਕੰਮ ਕਰਨ ਨੂੰ ਹਾਲੀ ਕਹਿੰਦੇ ਨੇ, ਕੰਮ ਕਰਨ ਵਾਲੇ ਨੂੰ ਕਾਮਾ ਕਹਿੰਦੇ ਆ, ਕਿਉਂਕਿ ਤਿੰਨੇ ਹੀ ਵਾਕ ਸਹੀ ਨੇ, ਇਸ ਕਰਕੇ ਇਹਦਾ ਉੱਤਰ ਆਏਗਾ ਉਪਰੋਕਤ ਸਾਰੇ। ਪ੍ਰਸ਼ਨ ਨੰਬਰ 5, ਇਹ ਥੋੜ੍ਹੀ ਜਿਹੀ ਕਨਫਿਊਜ਼ਨ ਹੈ, ਇਹ ਆਪਾਂ ਬਾਅਦ ਵਿੱਚ ਹੱਲ ਕਰਾਂਗੇ, ਬਾਅਦ ਵਿੱਚ ਡਿਸਕਸ ਕਰਾਂਗੇ। ਇਸ ਤੋਂ ਅਗਲਾ ਹੈ ਗਣਿਤ ਦਾ ਸੀਰੀਅਲ। ਗਣਿਤ ਦੀ ਸੀਰੀਅਲ ਦੇ ਵਿੱਚ ਪਹਿਲਾ ਪ੍ਰਸ਼ਨ ਹੈ ਕਿ ਰਮੇਸ਼ ਦੇ ਘਰ ਪਾਰਟੀ ਹੈ ਤਾਂ ਉਸਨੂੰ 3 ਲੀਟਰ ਜੂਸ ਦੀ ਲੋੜ ਹੈ। ਸੋ ਆਪਾਂ ਪਹਿਲਾਂ ਹੀ ਇੱਥੇ ਫੋਕਸ ਕਰ ਲਈਏ ਕਿ 3 ਲੀਟਰ ਜੂਸ ਦੀ ਲੋੜ ਹੈ, ਅਤੇ 3 ਲੀਟਰ ਜੂਸ ਵਾਸਤੇ ਸਾਨੂੰ ਕਿੰਨੇ ਮਿਲੀਲੀਟਰ ਜੂਸ ਜਿਹੜਾ ਉਹ ਚਾਹੀਦਾ ਪਹਿਲਾਂ ਆਪਾਂ ਕੱਢ ਲਈਏ, ਕਿਉਂਕਿ ਸਾਨੂੰ ਪਤਾ 1 ਲੀਟਰ 'ਚ 1000 ਮਿਲੀਲੀਟਰ ਹੁੰਦਾ, ਤਾਂ 3 ਵਿੱਚ ਕਿੰਨਾ ਹੋਇਆ 3000। ਠੀਕ ਹੈ, ਸੋ 3000 ਮਿਲੀਲੀਟਰ ਦੀ ਉਹਨੂੰ ਲੋੜ ਹੈ ਔਰ 300 ਮਿਲੀਲੀਟਰ ਦੀਆਂ ਬੋਤਲਾਂ ਉਹਨੂੰ ਮਿਲ ਰਹੀਆਂ ਨੇ, ਹੋਰ ਕੋਈ ਬੋਤਲ ਅਵੇਲੇਬਲ ਨਹੀਂ ਹੈ, ਮੌਜੂਦ ਨਹੀਂ ਹੈ। 300 ਮਿਲੀਲੀਟਰ ਦੀਆਂ ਕਿੰਨੀਆਂ ਬੋਤਲਾਂ ਜਿਹੜੀਆਂ ਵਾ ਉਹਨੂੰ ਲੈਣੀਆਂ ਪੈਣਗੀਆਂ ਤਾਂ ਕਿ ਪਾਰਟੀ ਵਾਸਤੇ ਉਸ ਦੀਆਂ ਬੋਤਲਾਂ ਜਿਹੜੀਆਂ ਨੇ ਪੂਰੀਆਂ ਆ ਜਾਣ। ਸੋ ਆਪਾਂ 3000 ਨੂੰ 300 ਮਿਲੀਲੀਟਰ ਨਾਲ ਭਾਗ ਕਰ ਦਾਂਗੇ ਤਾਂ ਇਹ ਸਾਡਾ ਉੱਤਰ ਆ ਜਾਏਗਾ। ਸੋ ਸਾਡਾ ਉੱਤਰ ਆਏਗਾ 10, ਕਿਉਂਕਿ 10 ਬੋਤਲਾਂ 300 ਮਿਲੀਲੀਟਰ ਦੀਆਂ ਲਏਗਾ ਤਾਂ ਉਹ 3 ਲੀਟਰ ਬਣ ਜਾਏਗਾ। ਪ੍ਰਸ਼ਨ ਨੰਬਰ 2, ਦਿਖਾਏ ਗਏ ਰਿਬਨ ਵਿੱਚੋਂ ਕਿੰਨੇ 20 ਸੈਂਟੀਮੀਟਰ ਵਾਲੇ ਰਿਬਨ ਦੇ ਛੋਟੇ ਛੋਟੇ ਟੁਕੜੇ ਕੱਟੇ ਜਾ ਸਕਦੇ ਹਨ। ਤਾਂ ਇਹਦੇ ਵਾਸਤੇ ਕੀ ਕਰਨਾ ਹੈ, ਸਭ ਤੋਂ ਪਹਿਲਾਂ 6 ਮੀਟਰ ਦੇ ਅਸੀਂ ਕੀ ਬਣਾਵਾਂਗੇ, ਸੈਂਟੀਮੀਟਰ ਬਣਾਵਾਂਗੇ। 1 ਮੀਟਰ ਵਿੱਚ 100 ਸੈਂਟੀਮੀਟਰ ਹੁੰਦੇ ਨੇ, ਸਾਰੇ ਬੱਚੇ ਜਾਣਦੇ ਨੇ। 1 ਮੀਟਰ ਬਰਾਬਰ 100 ਸੈਂਟੀਮੀਟਰ, ਅਤੇ 6 ਸੈਂਟੀਮੀਟਰ 'ਚ ਫਿਰ ਕਿੰਨਾ ਹੋ ਗਿਆ 600। ਸੋ 600 ਸੈਂਟੀਮੀਟਰ ਸਾਡੇ ਕੋਲ ਰਿਬਨ ਆ ਗਿਆ ਔਰ 20 ਮੀਟਰ ਦੇ
ਟੁਕੜੇ ਕੱਟਣੇ ਨੇ, ਤੇ ਕਿੰਨੇ ਟੁਕੜੇ ਬਣਨਗੇ 20 ਨਾਲ ਭਾਗ ਕਰ ਦਾਂਗੇ। ਜਦੋਂ ਆਪਾਂ 600 ਨੂੰ 20 ਨਾਲ ਭਾਗ ਕਰਾਂਗੇ ਤਾਂ ਸਾਡੇ ਕੋਲ ਉੱਤਰ ਆ ਜਾਏਗਾ 30। ਤੁਸੀਂ ਭਾਗ ਕਰਕੇ ਦੇਖ ਲਓ, 30 ਉੱਤਰ ਆਏਗਾ। ਇਸ ਤੋਂ ਅੱਗੇ ਚੱਲਦੇ ਹਾਂ। ਪ੍ਰਸ਼ਨ ਨੰਬਰ 3, ਬੱਸ ਸਟੈਂਡ ਉੱਪਰ ਅੰਮ੍ਰਿਤਸਰ ਤੋਂ ਜਲੰਧਰ ਜਾਣ ਵਾਲੀ ਬੱਸ ਦਾ ਸਮਾਂ, ਅੰਮ੍ਰਿਤਸਰ ਤੋਂ ਚੱਲਣ ਦਾ ਸਮਾਂ 12:50 ਦੁਪਹਿਰ ਦੇ ਅਤੇ ਜਲੰਧਰ ਪਹੁੰਚਣ ਦਾ ਸਮਾਂ 2:10 ਦੁਪਹਿਰ ਦਾ ਹੈ। ਲਿਖਿਆ ਸੀ ਬੱਸ ਕਿੰਨੇ ਸਮੇਂ ਵਿੱਚ ਜਲੰਧਰ ਪਹੁੰਚੇਗੀ। ਤਾਂ ਬੜਾ ਆਸਾਨ ਹੈ। ਅਸੀਂ ਸਭ ਤੋਂ ਪਹਿਲਾਂ 10 ਮਿੰਟ ਨੂੰ ਇਗਨੋਰ ਕਰਾਂਗੇ, ਸਿੱਧਾ 1 ਵਜੇ ਇਹ ਯਾਦ ਰੱਖਾਂਗੇ। 1 ਵਜੇ ਆਵਾਂਗੇ। 1 ਵਜੇ ਆਉਣ ਦਾ ਭਾਵ ਇਹ ਹੈ ਕਿ 10 ਮਿੰਟ ਅਸੀਂ ਛੱਡ ਦਿੱਤੇ ਹੈ, 10 ਮਿੰਟ ਅਸੀਂ ਅੱਗੇ ਲੈ ਗਏ ਹਾਂ, ਇਹ ਯਾਦ ਰੱਖਣਾ। ਤਾਂ ਪਹੁੰਚ ਰਹੀ ਹੈ 2:10 'ਤੇ। ਇੱਧਰੋਂ 10 ਮਿੰਟ ਅਸੀਂ ਘਟਾ ਦਾਂਗੇ, ਬੜਾ ਹੀ ਸੌਖੀ ਵਿਧੀ ਹੈ। ਠੀਕ ਹੈ, ਇੱਧਰੋਂ ਆਪਾਂ 10 ਮਿੰਟ ਵਧਾਏ, ਇੱਧਰੋਂ ਘਟਾ ਦਾਂਗੇ, ਬਰਾਬਰ ਹੋ ਗਏ। ਤਾਂ ਕਿੰਨਾ ਸਮਾਂ ਲੱਗਿਆ ਉਸ ਨੂੰ ਪਹੁੰਚਣ ਦੇ ਵਿੱਚ, ਮਤਲਬ 1 ਵਜੇ ਚੱਲੀ 2 ਵਜੇ ਪਹੁੰਚ ਗਈ, 1 ਘੰਟੇ ਦਾ ਸਮਾਂ ਉਸ ਨੂੰ ਲੱਗਾ। ਸੋ ਇੱਥੇ ਹੁਣ ਕੱਢਣ ਵਾਸਤੇ ਅਸੀਂ ਕੀ ਕਰਾਂਗੇ, ਇਹਦੀ ਐਡਵਾਂਸ ਰੱਖਿਆ ਔਰ 10 ਮਿੰਟ ਹੋਰ ਅੱਗੇ ਚਲੇ ਗਏ, 2 ਤੋਂ 10 ਮਤਲਬ 20 ਮਿੰਟ ਚਲੇ ਗਏ। ਅਤੇ ਕਿੰਨਾ ਸਮਾਂ ਲੱਗਾ, 12 ਤੋਂ 2 2 ਘੰਟੇ, 2 ਘੰਟੇ ਅਤੇ 1 ਘੰਟਾ ਅਤੇ 20 ਮਿੰਟ ਦਾ ਸਮਾਂ ਜਿਹੜਾ ਹੈ ਉਸ ਨੂੰ ਬੱਸ ਨੂੰ ਲੱਗੇਗਾ ਜਲੰਧਰ ਪਹੁੰਚਣ 'ਤੇ ਅੰਮ੍ਰਿਤਸਰੋਂ। ਪ੍ਰਸ਼ਨ ਨੰਬਰ 4 ਹੈ, ਹੇਠਾਂ ਦਿਖਾਏ ਸਮਾਨ ਦਾ ਕੁੱਲ ਭਾਰ ਦੱਸੋ। ਆਪਾਂ ਕੱਲ੍ਹ ਵੀ ਸਵਾਲ ਕੀਤੇ ਸੀ ਬਲੈਕ ਬੋਰਡ 'ਤੇ। ਇਹ ਹੈ 500 ਗ੍ਰਾਮ ਔਰ ਇਹ ਹੈ 1000 ਪਹਿਲਾ ਹੈ 550 ਗ੍ਰਾਮ, ਦੂਸਰਾ ਹੈ 1550 ਗ੍ਰਾਮ। ਦੋਵਾਂ ਨੂੰ ਜੋੜ ਲਵਾਂਗੇ। ਤੁਹਾਨੂੰ ਦੱਸਿਆ ਸੀ ਕਿ ਵੱਡੇ ਅੰਕ ਜਿਹੜੇ ਉੱਪਰ ਰੱਖਣੇ ਨੇ, ਇਹ ਟੋਟਲ ਗ੍ਰਾਮ ਨੇ। ਠੀਕ ਹੈ, ਔਰ ਇਹ 550 ਗ੍ਰਾਮ ਨੇ। ਜਦੋਂ ਅਸੀਂ ਇਸ ਦਾ ਜੋੜ ਕਰ ਦਾਂਗੇ ਤਾਂ ਇਹ ਬਣ ਜਾਣਗੇ 2100 ਗ੍ਰਾਮ, ਮਤਲਬ ਕਿ 2 ਕਿਲੋ ਤੋਂ ਵੱਧ। ਸੋ ਪਹਿਲਾ ਉੱਤਰ ਹੈ 1 ਕਿਲੋ ਦੇ ਬਰਾਬਰ ਨਹੀਂ, 2 ਕਿਲੋ ਤੋਂ ਘੱਟ, 2 ਕਿਲੋਗ੍ਰਾਮ ਤੋਂ ਘੱਟ ਨਹੀਂ, 2 ਕਿਲੋਗ੍ਰਾਮ ਦੇ ਬਰਾਬਰ ਨਹੀਂ, 2 ਕਿਲੋਗ੍ਰਾਮ ਤੋਂ ਵੱਧ। ਸੋ ਉੱਤਰ ਆਏਗਾ ਇਹਦਾ ਸੱਸਾ। 5ਵਾਂ ਕੁਐਸਚਨ, ਮੇਰੇ ਕੋਲ 5 ਰੁਪਏ ਦੇ ਸਿੱਕਿਆਂ ਦੀ ਇੱਕ ਢੇਰ ਹੈ, ਇਸ ਦਾ ਕੁੱਲ ਭਾਰ 9 ਕਿਲੋਗ੍ਰਾਮ ਹੈ। ਸਿੱਕੇ ਨੇ 5 ਰੁਪਏ ਦੇ, ਉਹਨਾਂ ਦਾ ਭਾਰ 9 ਕਿਲੋਗ੍ਰਾਮ ਹੈ। ਜੇਕਰ ਇੱਕ ਸਿੱਕੇ ਦਾ ਭਾਰ 9 ਗ੍ਰਾਮ ਹੋਵੇ ਤਾਂ ਦੱਸੋ ਢੇਰੀ ਵਿੱਚ ਕੁੱਲ ਕਿੰਨੇ ਸਿੱਕੇ ਹਨ। ਗ੍ਰਾਮ ਹੋ ਗਏ, 9000 ਗ੍ਰਾਮ ਹੋ ਗਏ 9 ਕਿਲੋ ਦੇ ਵਿੱਚ। ਹੁਣ ਅਸੀਂ 9 ਗ੍ਰਾਮ ਦਾ ਇੱਕ ਸਿੱਕਾ ਹੈ ਤਾਂ ਕੁੱਲ ਕਿੰਨੇ ਸਿੱਕੇ ਬਣਨਗੇ। ਠੀਕ ਹੈ, ਤਾਂ ਅਸੀਂ 9 ਨਾਲ ਭਾਗ ਕਰ ਦੇਵਾਂਗੇ, 9 ਗ੍ਰਾਮ ਨਾਲ ਇਸ ਨੂੰ ਭਾਗ ਕਰਾਂਗੇ, 9 ਗ੍ਰਾਮ ਨਾਲ ਅਸੀਂ ਭਾਗ ਕਰਾਂਗੇ ਅਤੇ 9 1 9, ਥੱਲੇ ਕੁਛ ਨਹੀਂ ਬਚਿਆ, ਉੱਪਰ 3 ਜ਼ੀਰੋਆਂ ਲਿਖ ਦੇਵਾਂਗੇ ਉਸੇ ਤਰ੍ਹਾਂ ਹੀ। ਤਾਂ ਸਾਡੇ ਕੋਲ 1000 ਆਨਸਰ ਆਏਗਾ ਕਿ ਟੋਟਲ ਸਿੱਕੇ ਜਿਹੜੇ ਨੇ ਉਹ 1000 ਹੋ ਜਾਣਗੇ। ਉੱਤਰ ਆਏਗਾ ਸੱਸਾ। ਇਸ ਤੋਂ ਅੱਗੇ ਹੈ ਵਾਤਾਵਰਨ ਸਿੱਖਿਆ ਦਾ ਪੇਜ, ਉਸ ਨੂੰ ਪੜ੍ਹਦੇ ਹਾਂ। ਜੇਕਰ ਕਿਸੇ ਦਾ ਛੋਟਾ ਬੱਚਾ ਖੇਡਦਿਆਂ ਖੇਡਦਿਆਂ ਗੁੰਮ ਹੋ ਜਾਵੇ ਤਾਂ ਇਸ ਦੀ ਸੂਚਨਾ ਕਿੱਥੇ ਦੇਣੀ ਚਾਹੀਦੀ ਹੈ। ਬਹੁਤ ਸਿੰਪਲ ਹੈ, ਬੱਚੇ ਝੱਟ ਦੱਸ ਦੇਣ ਕਿ ਇਸ ਦੀ ਸਿੱਖਿਆ ਜਿਹੜੀ ਹੈ ਪੁਲਿਸ ਸਟੇਸ਼ਨ ਜਿਹੜੀ ਹੈ ਉਹ ਦੇਣੀ ਚਾਹੀਦੀ ਹੈ। ਇਹਦਾ ਉੱਤਰ ਆਏਗਾ ਪੁਲਿਸ ਸਟੇਸ਼ਨ। ਜੇਕਰ ਤੁਹਾਡੇ ਇਲਾਕੇ ਵਿੱਚ ਮੱਛਰ ਜ਼ਿਆਦਾ ਹੋਣ ਕਾਰਨ ਬੱਚਿਆਂ ਨੂੰ ਤੇਜ਼ ਬੁਖਾਰ ਹੋ ਰਿਹਾ ਹੋਵੇ ਤਾਂ ਇਸ ਦੀ ਸੂਚਨਾ ਕਿਸ ਨੂੰ ਦਿਓਗੇ। ਇਹ ਵੀ ਬੜਾ ਸੌਖਾ ਹੈ, ਆਪਾਂ ਪੁਲਿਸ ਨੂੰ ਦੇ ਨਹੀਂ ਸਕਦੇ, ਸਕੂਲ ਵਾਲੇ ਅਧਿਆਪਕ ਨੂੰ ਦੇ ਸਕਦੇ ਹਾਂ, ਲੇਕਿਨ ਮੇਨਲੀ ਜਿਹੜੀ ਸੂਚਨਾ ਹੈ ਇਹ ਹਸਪਤਾਲ ਨਾਲ ਸੰਬੰਧਿਤ ਹੈ, ਇਸ ਕਰਕੇ ਆਪ ਹਸਪਤਾਲ ਦੇ ਡਾਕਟਰ ਨੂੰ ਦੀ ਸੂਚਨਾ ਦੇਵਾਂਗੇ। ਬੇਸ਼ੱਕ ਅਸੀਂ ਅਧਿਆਪਕਾਂ ਨੂੰ ਦੱਸ ਸਕਦੇ ਹਾਂ, ਪਰ ਜ਼ਿਆਦਾਤਰ ਸੂਚਨਾ ਅਸੀਂ ਜਿਹੜੀ ਹੈ ਹਸਪਤਾਲਾਂ ਨੂੰ ਹੀ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਦੀ ਬਿਮਾਰੀਆਂ ਦੀ। ਇਸ ਤੋਂ ਅੱਗੇ ਹੈ ਤੀਸਰਾ, ਤੁਸੀਂ ਪਹਾੜਾਂ 'ਤੇ ਘੁੰਮਣ ਜਾ ਰਹੇ ਹੋ, ਤੁਹਾਨੂੰ ਉੱਥੇ ਅਸਥਾਈ ਘਰ ਦਾ ਮਤਲਬ ਹੁੰਦਾ ਹੈ ਜਿਹੜਾ ਘਰ ਪੱਕਾ ਨਾ ਹੋਵੇ, ਆਰਜੀ ਤੌਰ 'ਤੇ ਬਣਾਇਆ ਜਾਵੇ। ਅਸਥਾਈ ਘਰ ਬਣਾਉਣ ਦੀ ਲੋੜ ਹੋ ਸਕਦੀ ਹੈ। ਤੁਸੀਂ ਆਪਣੇ ਨਾਲ ਕੀ ਸਮੱਗਰੀ ਲੈ ਕੇ ਜਾਓਗੇ। ਘਾਹ ਫੂਸ ਲੈ ਕੇ ਜਾਓਗੇ, ਤਰਪਾਲ ਬਾਂਸ ਅਤੇ ਰੱਸੀਆਂ ਲੈ ਕੇ ਜਾਓਗੇ, ਸਰੀਆ ਅਤੇ ਲੋਹੇ ਦੀਆਂ ਰਾਡਾਂ ਲੈ ਕੇ ਜਾਓਗੇ ਜਾਂ ਚਾਦਰਾਂ ਲੈ ਕੇ ਜਾਓਗੇ ਕਿ ਉਪਰੋਕਤ ਕੁਛ ਨਹੀਂ। ਤਾਂ ਅਸੀਂ ਬੇਟਾ ਤਰਪਾਲ ਬਾਂਸ ਅਤੇ ਰੱਸੀਆਂ ਲੈ ਕੇ ਜਾਵਾਂਗੇ, ਕਿਉਂਕਿ ਆਰਜੀ ਘਰ ਬਣਾਉਣ ਵਾਸਤੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ।
ਇਸ ਤੋਂ ਅੱਗੇ ਚੌਥਾ ਸਵਾਲ ਹੈ, ਭਾਰਤ ਦੇਸ਼ ਦੇ ਇਸ ਸਿੱਕੇ ਨੂੰ ਦੇਖ ਕੇ ਤੁਹਾਨੂੰ ਕੀ ਪਤਾ ਲੱਗਦਾ ਹੈ। ਪਹਿਲਾਂ ਧਿਆਨ ਨਾਲ ਅਸੀਂ ਸਿੱਕਾ ਦੇਖਾਂਗੇ ਔਰ ਸਿੱਕੇ ਨੂੰ ਤੁਸੀਂ ਦੇਖ ਰਹੇ ਹੋ। ਸਿੱਕਾ 1/2 ਮਤਲਬ 50 ਪੈਸੇ ਦਾ ਹੈ, ਅੱਧਾ ਹੈ 1 ਰੁਪਏ ਦਾ। ਤਾਂ 1950 ਦੇ ਵਿੱਚ ਸਿੱਕਾ ਬਣਿਆ ਸੀ। ਬਸ ਇਸ ਨੂੰ ਦੇਖ ਕੇ ਹੁਣ ਅਸੀਂ ਆਪਾਂ ਉੱਤਰ ਲੱਭਣੇ ਨੇ। ਇਹ ਸਿੱਕਾ ਲਗਭਗ 71 ਸਾਲ ਪੁਰਾਣਾ ਹੈ। ਬਿਲਕੁਲ ਸਹੀ ਹੈ, ਕਿਉਂਕਿ 1950 ਵਿੱਚ ਬਣਿਆ ਹੈ ਤਾਂ ਹੁਣ ਤੱਕ 71 ਸਾਲ ਬਣਦੇ ਨੇ। ਇਹ ਦਰੁਸਤ ਹੈ। ਉਸ ਸਮੇਂ ਭਾਰਤ ਵਿੱਚ ਪ੍ਰਚਲਿਤ ਕਰੰਸੀ ਰੁਪਇਆ ਸੀ। ਹਾਂ ਬਿਲਕੁਲ ਸਹੀ ਹੈ। ਉਸ ਸਮੇਂ ਨੋਟਾਂ ਦੇ ਨਾਲ ਨਾਲ ਸਿੱਕਿਆਂ ਵਿੱਚ ਵੀ ਲੈਣ ਦੇਣ ਹੁੰਦਾ ਸੀ। ਬਿਲਕੁਲ ਸਹੀ ਹੈ। ਉਪਰੋਕਤ ਸਭ ਕੁਝ, ਇਹਦਾ ਮਤਲਬ ਚੌਥਾ ਉੱਤਰ ਹੋਏਗਾ। ਸਾਰੀਆਂ ਗੱਲਾਂ ਬਿਲਕੁਲ ਸਹੀ ਨੇ। ਪੰਜਵਾਂ ਕੁਐਸਚਨ, ਅਜੋਕੇ ਸਮੇਂ ਵਿੱਚ ਦੇਸ਼ ਦੀ ਸੁਰੱਖਿਆ ਲਈ ਫੌਜੀ ਛਾਉਣੀਆਂ ਬਣਾਈਆਂ ਗਈਆਂ ਹਨ। ਰਾਜੇ ਮਹਾਰਾਜਿਆਂ ਦੇ ਸਮੇਂ ਵਿੱਚ ਇਸ ਮੰਤਵ ਲਈ ਕਿਹੜੀ ਇਮਾਰਤ ਬਣਾਈ ਜਾਂਦੀ ਸੀ? ਤਾਂ ਉਸ ਵਕਤ ਬੇਟਾ ਕਿਲ੍ਹਾ ਬਣਾਇਆ ਜਾਂਦਾ ਸੀ। ਸ਼ਾਨਦਾਰ ਮਹਿਲ ਨਹੀਂ, ਉਹ ਰਿਹਾਇਸ਼ ਵਾਸਤੇ ਬਣਾਏ ਜਾਂਦੇ ਸਨ, ਯਾਦ ਵਿੱਚ ਬਣਾਏ ਜਾਂਦੇ ਸਨ। ਕੌਸ ਮੀਨਾਰ ਜਿਹੜੇ ਆ ਉਹ ਵੀ ਬਣਾਏ ਜਾਂਦੇ ਸਨ, ਪਰ ਯੁੱਧ ਵਾਸਤੇ, ਜੰਗ ਵਾਸਤੇ ਨਹੀਂ ਸਨ ਵਰਤੇ ਜਾਂਦੇ। ਸਤੰਭ ਜਿਹੜੇ ਨੇ ਉਹ ਧਾਰਮਿਕ ਆਸਥਾ ਨੂੰ ਲੈ ਕੇ ਬਣਾਏ ਜਾਂਦੇ ਸਨ। ਸੋ ਉੱਤਰ ਇਹਦਾ ਆਏਗਾ ਕਿਲ੍ਹੇ। ਇਸ ਤੋਂ ਅੱਗੇ ਵਿਦਿਆਰਥੀ ਪ੍ਰਸ਼ਨਾਵਲੀ ਹੈ, ਜਿਹੜੇ ਤੁਸੀਂ ਉੱਤਰ ਆਪਣੀ ਮਰਜ਼ੀ ਨਾਲ ਦੇਣੇ ਹੁੰਦੇ ਨੇ, ਸੋਚ ਸਮਝ ਕੇ ਵੀ ਦੇਣੇ ਹੁੰਦੇ ਨੇ। ਪਹਿਲਾ ਹੈ ਕਿ ਖੇਡ ਪੀਰੀਅਡ ਦੌਰਾਨ ਤੁਸੀਂ ਅਧਿਆਪਕ ਨਾਲ ਗਰਾਊਂਡ ਵਿੱਚ ਜਾਂਦੇ ਹੋ। ਹੁਣ ਜਦੋਂ ਆਪਾਂ ਪੜ੍ਹਦੇ ਹੋਈਏ ਬੱਚੇ ਤਾਂ ਆਪਾਂ ਜਾਂਦੇ ਹਾਂ। ਇਹਦਾ ਤੁਸੀਂ ਉੱਤਰ ਖੁਦ ਦੇਣਾ ਹੈ, ਹਾਂ ਜਾਂ ਨਾ, ਹਮੇਸ਼ਾ, ਕਦੇ ਕਦੇ ਜਾਂ ਕਦੇ ਨਹੀਂ। ਤਾਂ ਕਦੇ ਨਹੀਂ। ਕਦੇ ਨਹੀਂ ਕਦੋਂ? ਜਦੋਂ ਤੁਸੀਂ ਪੜ੍ਹ ਰਹੇ ਹੋ। ਪਰ ਕੁਐਸਚਨ ਇੱਥੇ ਇਹ ਹੈ ਕਿ ਖੇਡ ਪੀਰੀਅਡ ਦੇ ਦੌਰਾਨ। ਤਾਂ ਖੇਡ ਪੀਰੀਅਡ ਦੇ ਦੌਰਾਨ ਅਕਸਰ ਅਸੀਂ ਜਿਹੜਾ ਹੈ ਉਹ ਖੇਡ ਦੇ ਮੈਦਾਨ 'ਚ ਜ਼ਰੂਰ ਜਾਂਦੇ ਹਾਂ, ਕਿਉਂਕਿ ਖੇਡ ਦਾ ਪੀਰੀਅਡ ਹੈ ਤਾਂ ਖੇਡ ਦੇ ਮੈਦਾਨ 'ਚ ਹੀ ਜਾਵਾਂਗੇ। ਤਾਂ ਇਹਦਾ ਉੱਤਰ ਆਏਗਾ ਹਮੇਸ਼ਾ। ਕੀ ਤੁਸੀਂ ਲਾਇਬ੍ਰੇਰੀ ਦੀਆਂ ਪੁਸਤਕਾਂ ਪੜ੍ਹਦੇ ਹੋ? ਬਿਲਕੁਲ ਪੜ੍ਹਦੇ ਹੋ, ਹਰ ਰੋਜ਼ ਤੁਹਾਨੂੰ ਜਾਰੀ ਹੁੰਦੀਆਂ ਨੇ। ਕੀ ਤੁਸੀਂ ਅਧਿਆਪਕਾਂ ਵੱਲੋਂ ਪੜ੍ਹਾਉਣ ਲਈ ਪਾਠ ਪੁਸਤਕ ਤੋਂ ਇਲਾਵਾ ਕੋਈ ਹੋਰ ਪੁਸਤਕ ਦੀ ਵਰਤੋਂ ਕੀਤੀ ਜਾਂਦੀ ਹੈ? ਹਾਂ ਕੀਤੀ ਜਾਂਦੀ ਹੈ। ਕੀ ਤੁਹਾਨੂੰ ਅਧਿਆਪਕ ਦੀ ਕਹੀ ਹਰ ਗੱਲ ਤੁਸੀਂ ਸਮਝ ਲੈਂਦੇ ਹੋ? ਹਾਂ ਬਿਲਕੁਲ ਸਮਝ ਲੈਂਦੇ ਹੋ, ਕਿਉਂਕਿ ਬੱਚੇ ਹੁਣ ਅਕਸਰ ਸਵਾਲ ਪੁੱਛਦੇ ਨੇ ਤਾਂ ਸਮਝਦੇ ਵੀ ਬੜੀ ਆਸਾਨੀ ਨਾਲ ਨੇ। ਅਧਿਆਪਕਾਂ ਦਾ ਪੜ੍ਹਾਇਆ ਕਿਹੜਾ ਵਿਸ਼ਾ ਤੁਹਾਨੂੰ ਸਭ ਤੋਂ ਵੱਧ ਸਮਝ ਲੱਗਦਾ ਹੈ? ਇਹ ਤੁਹਾਡੇ 'ਤੇ ਡਿਪੈਂਡਡ ਹੈ ਕਿ ਤੁਹਾਨੂੰ ਜ਼ਿਆਦਾ ਮਜ਼ਾ ਕਿਸ ਵਿਸ਼ੇ 'ਚ ਸਮਝਣ ਵਿੱਚ ਆਉਂਦਾ ਹੈ। ਇਹ ਤੁਸੀਂ ਖੁਦ ਉੱਤਰ ਦੇ ਸਕਦੇ ਹੋ। ਸੋ ਇਹ ਸੀ ਅੱਜ ਦੀ ਪ੍ਰਸ਼ਨਾਵਲੀ। ਨੈਕਸਟ ਪ੍ਰਸ਼ਨਾਵਲੀ ਵਿੱਚ ਫਿਰ ਮਿਲਾਂਗੇ। ਸਾਰਿਆਂ ਦਾ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।